ਦਰਸ਼ਕਾਂ ਦਾ ਇੱਕ ਵਾਰ ਫਿਰ ਹਾਰਦਿਕ ਸਵਾਗਤ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ। ਮੇਰੇ ਨਾਲ ਨੇ ਅਰਜੁਨ ਸ਼ਰਮਾ ਜੀ, ਸੀਨੀਅਰ ਪੱਤਰਕਾਰ ਨੇ, ਤੇ ਅੱਜ ਅਸੀਂ ਇਹਨਾਂ ਦੇ ਨਾਲ ਵਿਚਾਰ ਚਰਚਾ ਜਿਹੜੀ ਹੈ ਕਰਾਂਗੇ ਅੱਜ ਦੇ ਜੋ ਮੁੱਦੇ ਚੱਲ ਰਹੇ ਨੇ। ਸ਼ਰਮਾ ਜੀ, ਅੱਜ ਦਾ ਜੋ ਲੇਟੈਸਟ ਆ ਉਹਦੇ 'ਚ ਜਿਹੜੀਆਂ ਪੰਜਾਬ ਦੇ ਘਟਨਾਵਾਂ ਆਈਆਂ, ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਹੈ ਕੁੰਵਰ ਵਿਜੇ ਪ੍ਰਤਾਪ, ਔਰ ਨਾਲ ਦੀ ਨਾਲ ਜੋ ਉਹਨਾਂ ਦੇ ਉੱਤੇ ਕੋਰਟ ਨੇ ਫੈਸਲੇ ਕੀਤੇ ਨੇ, ਉਸ ਤੋਂ ਬਾਅਦ ਜੋ ਉਹਨਾਂ ਨੇ ਰੁਖ ਅਖਤਿਆਰ ਕੀਤਾ ਕਿ ਮੈਂ ਤਾਂ ਅਸਤੀਫਾ ਹੀ ਦੇ ਦੇਣਾ ਆ ਅਤੇ ਮੈਂ ਸਮਾਜ ਦੀ ਸਿੱਧੀ ਸੇਵਾ ਕਰਨੀ ਹੈ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਾਹਮਣੇ ਆਉਂਦੇ ਨੇ। ਉਹ ਆ ਕੇ ਦੋ ਵੱਡੀਆਂ ਗੱਲਾਂ ਜਿਹੜੀਆਂ ਪੰਜਾਬ ਦੀ ਜਿਹੜੀ ਜਿਹਨੂੰ ਆਪਾਂ ਕਹਿ ਸਕਦੇ ਧੁਖਦੀ ਰਾਗਿਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਔਰ ਨਸ਼ਿਆਂ ਦੀ ਗੱਲ, ਜਿਹਦੇ ਉੱਤੇ ਕਮਿਟਮੈਂਟ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਹੁਣੇ, ਤਾਂ ਉਹ ਮੁੱਦੇ ਉਠਾਉਂਦੇ ਨੇ। ਇਹਨਾਂ ਘਟਨਾਵਾਂ ਨੂੰ ਕਿਵੇਂ ਦੇਖਦੇ ਦੋਨਾਂ? ਦੋਨੇ ਘਟਨਾਵਾਂ ਆਪਸ 'ਚ ਬਿਲਕੁਲ ਇੰਟਰਲੇਟਡ ਨੇ। ਇਹਨਾਂ ਦਾ ਪੂਰਾ ਗਹਿਰਾ ਸੰਬੰਧ ਹੈ ਜੀ। ਅਸਲ ਦੇ ਵਿੱਚ ਬਾਈਬਲ ਕਲਾ ਵਾਲੇ ਮਾਮਲੇ ਦਾ ਕੋਟਕਪੂਰਾ ਬਾਈਬਲ ਕਲਾ ਵਾਲਾ ਜਿਹੜਾ ਬੇਅਦਬੀ ਦਾ ਮਾਮਲਾ ਹੋਇਆ, ਉਸ ਤੋਂ ਬਾਅਦ ਗੋਲੀकांड ਹੋਇਆ ਜੀ, ਉਹਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਸਿੰਘ ਪਿਛਲੇ 4 ਸਾਲ ਤੋਂ ਕਰਦੇ ਆ ਰਹੇ। ਇੱਕ ਫੈਕਟ ਜਿਹੜਾ ਸੀ ਜੀ, ਉਹਦੇ ਤੱਕ ਉਹਨਾਂ ਨੇ ਬੜੀ ਮਿਹਨਤ ਔਰ ਸ਼ਿੱਦਤ ਨਾਲ ਇਨਵੈਸਟੀਗੇਟ ਕੀਤਾ ਸੀ। ਔਰ ਦੂਸਰੀ ਗੱਲ ਜਿਹੜੀ ਹੈ, ਜਿਹੜੀ ਉਹਨਾਂ ਨੇ ਨਸ਼ੇ ਦੀ ਗੱਲ ਸਿੱਧੂ ਸਾਹਿਬ ਨੇ ਉਠਾਈ ਹੈ ਜੀ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਤੋਂ ਪਹਿਲਾਂ, ਇਸ ਟਾਸਕ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਜਲੰਧਰ ਦੇ ਕਮਿਸ਼ਨਰ ਨੇ, ਔਰ ਇੱਥੇ ਆ ਕੇ ਉਹਨਾਂ ਨੇ ਨਸ਼ਿਆਂ ਵਾਲੇ ਮਾਮਲਿਆਂ 'ਚ ਬਹੁਤ ਜ਼ਿਆਦਾ ਸਖਤੀ ਨਾਲ ਕੰਮ ਕੀਤਾ ਸੀ। ਔਰ ਉਹ ਜਿੱਥੇ ਵੀ ਰਹੇ ਔਰ ਨਸ਼ਿਆਂ ਦੇ ਮਾਮਲੇ 'ਚ ਬਹੁਤ ਸਖਤ ਰਹੇ। ਔਰ ਨਸ਼ਾ ਫੜਨ ਦੇ ਵਿੱਚ ਔਰ ਨਸ਼ੇ ਅਗਰ ਕੋਈ ਸਮਾਜ ਦਾ ਵਰਗ ਕਰ ਰਿਹਾ ਉਹਨੂੰ ਛੁਡਵਾਉਣ ਦੇ ਵਿੱਚ ਦੋਨੋਂ ਪਾਸੇ ਉਹਨਾਂ ਦੀ ਆਪਣੀ ਬਹੁਤ ਵੱਡੀ ਭੂਮਿਕਾ ਰਹੀ ਹੈ ਜੀ। ਪਿਛਲੀ ਵਾਰ ਆਪਾਂ ਗੁਮਟਾਲਾ ਜੇਲ੍ਹ ਦੀ ਗੱਲ ਕੀਤੀ ਸੀ, ਤੇ ਗੁਮਟਾਲਾ ਜੇਲ੍ਹ ਦੇ ਵਿੱਚ ਕਈ ਹਜ਼ਾਰ ਕੈਦੀ ਜਿਹੜੇ ਸੀ, ਉਹਨਾਂ ਦੀ ਪ੍ਰੇਰਨਾ ਪਾ ਕੇ ਨਸ਼ਾ ਛੱਡ ਗਏ ਸੀ ਜੀ। ਸੋ ਇਹ ਦੋਨੋਂ ਜਿਹੜੇ ਸੈਗਮੈਂਟ ਹੈ, ਇਹਨਾਂ ਦਾ ਆਪਸ ਐਸਾ ਰਿਸ਼ਤਾ ਨਜ਼ਰ ਆ ਰਿਹਾ ਹੈ ਜੀ, ਜਿਸ ਤਰ੍ਹਾਂ ਪਹਿਲੇ ਓਵਰ ਦੇ ਵਿੱਚ ਫੇਸ ਬੈਟਸਮੈਨ ਜਿਹੜੇ ਹੈ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੈ। ਪਹਿਲਾ ਓਵਰ ਉਹ ਖੇਡਿਆ ਉਹਨਾਂ ਨੇ, ਔਰ ਦੂਸਰੇ ਓਵਰ ਦੇ ਵਿੱਚ ਫੇਸ ਬਦਲ ਗਿਆ ਔਰ ਨਵਜੋਤ ਸਿੱਧੂ ਜਿਹੜੇ ਹੈ ਜੀ, ਉਹਨਾਂ ਨੇ ਆਪਣੀ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ। ਇਹ ਅੱਛਾ ਕ੍ਰਿਕਟ ਦੀ ਅਗਰ ਅਸੀਂ ਮਤਲਬ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਆਪਸ ਵਿੱਚ ਇਹ ਇੱਕੋ ਮੈਚ ਹੈ? ਦੇਖੋ, ਗੱਲ ਇਹ ਹੈ ਕਿ ਹਮ ਵਿਚਾਰ ਨੇ ਦੋਨੋਂ, ਠੀਕ ਹੈ ਨਾ, ਹਮ ਖਿਆਲ ਨੇ। ਔਰ ਇੱਕ ਸ਼ਹਿਰ ਦੇ ਵਿੱਚ ਜਿਸ 'ਚ ਸਿੱਧੂ ਸਾਹਿਬ MP ਰਹੇ ਹੈ, ਉਸ ਸ਼ਹਿਰ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ SSP ਰਹੇ ਹੈ ਜੀ। ਔਰ ਇੱਕ SSP ਦਾ ਔਰ MP ਦਾ ਆਪਸ 'ਚ ਨਿਕਟ ਦਾ ਰਿਸ਼ਤਾ ਬਣ ਵੀ ਜਾਂਦਾ ਜੀ ਜੀ ਜੀ। ਔਰ ਚੂੰਕਿ ਸਿੱਧੂ ਵੀ ਇੱਕ ਇਮਾਨਦਾਰ ਔਰ ਪ੍ਰੋਫੈਸ਼ਨਲ ਕਿਸਮ ਦੇ ਸਿਆਸਤਦਾਨ ਨੇ ਜੀ, ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਬਹੁਤ ਪ੍ਰੋਫੈਸ਼ਨਲ ਪੁਲਿਸਮੈਨ ਹੈ। ਸੋ ਇਹਨਾਂ ਦੇ ਵਿੱਚ ਜਿਹੜਾ ਆਪਸੀ ਨਜ਼ਦੀਕੀ ਹੈ ਜੀ, ਉਹ ਹੋਣਾ ਕੋਈ ਬਹੁਤ ਹੈਰਾਨੀ ਵਾਲੀ ਗੱਲ ਨਹੀਂ ਹੈ। ਔਰ ਉਹ ਹੈ ਵੀ ਹੈ, ਰਿਸ਼ਤੇ ਹੋਣਗੇ ਵੀ, ਆਪਸ ਵਿੱਚ ਮੈਨ ਟੂ ਮੈਨ ਰਿਸ਼ਤੇ ਹੁੰਦੇ ਹੀ ਹੈ। ਔਰ ਐਸਾ ਲੱਗ ਰਿਹਾ ਹੈ ਕਿ ਜਿਸ ਤਰੀਕੇ ਨਾਲ ਇਹ ਦੋਨੋਂ ਨੇ ਇਹ ਮੈਚ ਸ਼ੁਰੂ ਕੀਤਾ ਜੀ, ਇਹ ਸਲਾਮੀ ਬੱਲੇਬਾਜ਼ ਬਣ ਕੇ ਮੈਦਾਨ 'ਚ ਉਤਰੇ ਹੈ। ਔਰ ਇਸ ਮੈਚ ਨੂੰ ਕਹਿ ਲਓ ਜਾਂ ਇਹਨਾਂ ਸਥਿਤੀਆਂ ਨੂੰ ਕਹਿ ਲਓ, ਕਿਸੇ ਨਾ ਕਿਸੇ ਬੰਨੇ ਕੰਢੇ ਲਾਉਣ 'ਚ ਇਕੱਠੇ ਰੋਲ ਕਰਨਗੇ। ਅੱਛਾ, ਗੱਲ ਕਰਦੇ ਹਾਂ ਤੇ ਕੁੰਵਰ ਵਿਜੇ ਪ੍ਰਤਾਪ ਉਹ ਤਾਂ ਇੱਕ ਅਫਸਰ ਰਹੇ ਹੁਣ ਤੱਕ ਜੀ, ਉਹਨਾਂ ਦਾ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਸਿੱਧਾ ਸੰਬੰਧ ਜਿਹੜਾ ਉਹ ਬਿਲਕੁਲ ਨਹੀਂ ਰਿਹਾ। ਤੁਹਾਨੂੰ ਕੀ ਲੱਗਦਾ ਕਿ ਜਿਵੇਂ ਸੋਸ਼ਲ ਮੀਡੀਆ ਦੇ ਵਿੱਚ ਇਸ ਵੇਲੇ ਬੜੀ ਚਰਚਾ ਚੱਲ ਰਹੀ ਹੈ, ਆਮ ਤੌਰ 'ਤੇ ਕਿਹਾ ਜਾਂਦਾ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਅਸੀਂ ਲਾਈਕ ਬਹੁਤ ਕਰਦੇ ਹਾਂ ਉਹਨਾਂ ਨੂੰ, ਉਹਨਾਂ ਦੀ ਐਕਟੀਵਿਟੀ ਨੂੰ ਲਾਈਕ ਬਹੁਤ ਕੀਤਾ ਲੋਕਾਂ ਨੇ, ਤਾਂ ਕਈਆਂ ਨੇ ਸਵਾਲ ਵੀ ਉਠਾਏ ਵੀ ਕਿ ਜੇ ਰਾਜਨੀਤੀ ਵਿੱਚ ਆ ਜਾਣਗੇ ਇਹਨਾਂ ਨੂੰ ਵੋਟਾਂ ਵੀ ਪਾਉਂਗੇ ਕਿ ਨਹੀਂ? ਤੁਹਾਨੂੰ ਕੀ ਲੱਗਦਾ ਕਿ ਕੁਛ ਅਗਰ ਸਿਆਸਤ ਦੇ ਵਿੱਚ ਉਹ ਲੱਗਦਾ ਕੁਛ ਮਾੜਾ ਮੋਟਾ ਇੰਟਰਸਟਿਡ ਹੋਣਗੇ? ਦੇਖੋ, ਗੱਲ ਇਹ ਹੈ ਕਿ ਉਹ ਜਿਸ ਪ੍ਰਦੇਸ਼ ਤੋਂ ਆਏ ਹੈ, ਬਿਹਾਰ ਤੋਂ ਜੀ, ਪਟਨਾ ਸਾਹਿਬ ਦੇ ਰਹਿਣ ਵਾਲੇ ਨੇ ਜੀ, ਉਸ ਪ੍ਰਦੇਸ਼ ਦੀ ਨਵੀਅਤ ਦੇ ਵਿੱਚ ਰਾਜਨੀਤੀ ਜਿਹੜੀ ਹੈ ਉਹ ਇੱਟ ਵਿੱਚ ਹੁੰਦੀ ਹੈ ਜੀ। ਔਰ ਇੱਕ ਰਾਜ ਘਰਾਣੇ ਤੋਂ ਹੈ, ਵੱਡੇ ਖਾਨਦਾਨ ਤੋਂ ਹੈ ਜੀ, ਇਹ ਕਦੀ ਹੋ ਹੀ ਨਹੀਂ ਸਕਦਾ ਕਿ ਸਿਆਸਤ ਦਾ ਕੋਈ ਵਾਹ ਵਾਸਤਾ ਨਾ ਰਿਹਾ ਹੋਵੇ। ਦੂਸਰੀ ਗੱਲ ਇਹ ਹੈ ਕਿ ਇੱਕ ਅੱਛੇ ਕੌਪ ਰਹੇ ਹੈ, ਬਹੁਤ ਵੱਡੇ ਪੁਲਿਸ ਅਫਸਰ ਰਹੇ ਹੈ, ਔਰ ਪੁਲਿਸ ਅਫਸਰਾਂ ਨੂੰ ਵੀ ਜਿਹੜਾ ਹੈ ਉਹ ਲਗਭਗ ਸਾਰਾ ਮੱਥਾ ਸਿਆਸਤਦਾਨਾਂ ਨਾਲ ਹੀ ਮਾਰਨਾ ਪੈਂਦਾ ਹੈ। ਅਤੇ ਜੇ ਅਸੀਂ ਕਹੀਏ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਾਂ ਕੋਈ ਵੀ ਇਹਨਾਂ ਦੀ ਥਾਂ 'ਤੇ XYZ ਹੋਵੇ, ਤਾਂ ਉਹ ਸਿਆਸਤ ਤੋਂ ਬਿਲਕੁਲ ਅਛੂਤਾ ਰਹਿ ਜਾਏ, ਐਸਾ ਤਾਂ ਸੰਭਵ ਨਹੀਂ ਹੈ ਜੀ। ਠੀਕ ਹੈ ਜੀ। ਹਾਂ, ਸਿਆਸਤ ਆਉਣਗੇ ਜਾਂ ਨਹੀਂ ਆਉਣਗੇ ਇਹ ਉਹਨਾਂ ਦਾ ਆਪਣਾ ਫੈਸਲਾ ਹੋ ਸਕਦਾ ਹੈ,
ਲੇਕਿਨ ਇਸ ਵੇਲੇ ਜੋ ਸੋਸ਼ਲ ਮੀਡੀਆ ਤੇ ਜੀ ਜੋ ਚਰਚਾਵਾਂ ਚੱਲ ਰਹੀਆਂ ਉਹਨਾਂ ਚਰਚਾਵਾਂ ਨੂੰ ਲੈ ਕੇ ਦੇਖੀਏ ਤੇ ਲੱਭੋ ਲੁਆਬ ਇਹ ਨਿਕਲਦਾ ਹੈ ਕਿ ਜਿੱਦਾਂ ਲੋਕ ਇੰਤਜ਼ਾਰ ਕਰ ਰਹੇ ਹਨ ਜੀ, ਪਬਲਿਕ ਇਜ਼ ਵੇਟਿੰਗ ਫॉर देम, ਕਿਉਂਕਿ ਉਹਨਾਂ ਦੇ ਬਾਰੇ ਇੱਕ ਗੱਲ ਤਾਂ ਤੈਅ ਹੈ ਕਿ ਕਰਪਸ਼ਨ, ਬੇਈਮਾਨੀ ਜਾਂ ਮਿਸਕੰਡਕਟ ਜੀ ਔਰ ਵਾਇਲੇਸ਼ਨ ਆਫ ਲਾਅ, ਇਹ ਚੀਜ਼ਾਂ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਦੂਰ ਦੂਰ ਤੱਕ ਵੀ ਆਪਣੇ ਲਾਗੇ ਨਹੀਂ ਆਉਂਦੇ। ਔਰ ਇਹੋ ਜਿਹੀ ਪਰਸਨੈਲਿਟੀ ਜਿਹੜੀ ਹੈ ਉਹ ਸਿਆਸਤ ਵਿੱਚ ਅਗਰ ਆਉਂਦੀ ਹੈ ਤਾਂ ਉਹ ਕੁਝ ਕਰ ਪਾਉਂਦੀ ਹੈ ਜਾਂ ਨਹੀਂ ਕਰ ਪਾਉਂਦੀ ਹੈ ਬਾਅਦ ਦੀ ਗੱਲ ਹੁੰਦੀ ਹੈ, ਲੇਕਿਨ ਲੋਕੀ ਆਸ਼ਾ ਜਿਹੜੀ ਹੈ ਨਾ ਉਹ ਜਗਾ ਕੇ ਬੈਠ ਜਾਂਦੇ ਆ। ਔਰ ਇਹ ਆਸ਼ਾ ਜਿਹੜੀ ਹੈ ਇਹ ਉਸ ਨਿਰਾਸ਼ਾ 'ਚੋਂ ਜਨਮ ਲੈਂਦੀ ਹੈ ਜਿਸ ਵਿਵਸਥਾ ਦੇ ਵਿੱਚ ਅਸੀਂ ਜੀਂਦੇ ਪਏ ਹਾਂ, ਜਿਸ ਵਿਵਸਥਾ ਦੇ ਵਿੱਚ ਅਸੀਂ ਜੋ ਵੀ ਸਾਡਾ ਜੀਵਨ ਕਾਲ ਚੱਲਦਾ ਪਿਆ। ਔਰ ਦੇਖੋ ਤੁਸੀਂ ਪੰਜਾਬ ਦੀ ਬਦਕਿਸਮਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਦੀ ਜਿਹੜੀ ਸਿਆਸਤ ਰਹੀ ਹੈ ਜੀ ਉਹ ਟ੍ਰੈਡੀਸ਼ਨਲ ਸਿਆਸਤ ਹੈ। ਉਹ ਆਪਣੇ ਆਪਣੇ ਵੋਟ ਬੈਂਕ ਨੂੰ ਆਪਣੇ ਆਪਣੇ ਗੁਲਾਮ ਸਮਝ ਕੇ ਉਹਨਾਂ ਦੇ ਕੋਲੋਂ ਰਾਜ ਪਾਠ ਲੈਣਾ ਔਰ ਉਸ ਤੋਂ ਬਾਅਦ ਸਾਰੇ ਸਪੈਲ 'ਚ ਆਪਣੀ ਮਨਮਾਨੀ ਕਰਨਾ, ਇਹ ਦੋਨਾਂ ਪੱਖਾਂ ਦੀ ਆਦਤ ਰਹੀ ਹੈ ਔਰ ਪੰਜਾਬੀ ਇਹਨੂੰ ਝੇਲਦੇ ਰਹੇ। ਲੇਕਿਨ ਪੰਜਾਬੀ ਲੋਕ ਜਿਹੜੇ ਹੈ ਇਹ ਨਵੀਂ ਚੀਜ਼ ਨੂੰ ਸਭ ਤੋਂ ਜ਼ਿਆਦਾ ਪਸੰਦ ਔਰ ਸਭ ਤੋਂ ਜ਼ਿਆਦਾ ਲਾਈਕ ਕਰਦੇ ਆ। ਇਹ ਮੈਂ ਤੁਹਾਨੂੰ ਗੱਲ ਆਪਣੇ ਵਿਸ਼ਵਾਸ ਨਾਲ ਬਿਲਕੁਲ, ਮਤਲਬ ਨਵੇਂ ਆਈਡੀਆਜ਼ ਜਿਹੜੇ ਆ ਅਸੀਂ ਉਹਨਾਂ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਜ਼ਿਆਦਾ ਦਿੰਦੇ ਹਾਂ। ਤੁਸੀਂ ਦੇਖੋ 2014 ਦਾ ਇਲੈਕਸ਼ਨ ਸੀ ਜੀ, ਅਰਵਿੰਦ ਕੇਜਰੀਵਾਲ ਦਾ ਤਾਜ਼ਾ ਉਦੈ ਹੋਇਆ ਸੀ ਔਰ ਉਸ ਵੇਲੇ ਮੀਡੀਆ ਦੇ ਵਿੱਚ ਖਾਸ ਤੌਰ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਿਹੜੀ ਕੇਜਰੀਵਾਲ ਨੂੰ ਲੈ ਕੇ ਪਰਸੈਪਸ਼ਨ ਸੀ ਉਹ ਬੜੀ ਜ਼ਬਰਦਸਤ ਔਰ ਬਹੁਤ ਹਾਈ ਫਾਈ ਸੀ। ਔਰ ਉਹਦੇ ਚੱਲਦੇ ਕੇਜਰੀਵਾਲ ਨੂੰ ਲੱਗਾ ਕਿ ਮੈਂ ਹੁਣ ਦੇਸ਼ ਦੀ ਰਾਜਨੀਤੀ ਜਿਹੜੀ ਹੈ ਉਹਦੇ ਵਿੱਚ ਵੀ ਕੋਈ ਨਾ ਕੋਈ ਥਾਂ ਆਪਣੀ ਬਣਾਵਾਂ। ਔਰ ਉਹਨਾਂ ਨੇ ਆਪਣੀ ਪਾਰਟੀ ਨੂੰ ਝੋਕਿਆ ਉਸ ਇਲੈਕਸ਼ਨ ਦੇ ਵਿੱਚ ਜੀ, ਲੇਕਿਨ ਨਤੀਜਾ ਕੀ ਨਿਕਲਿਆ? ਸਾਰੇ ਦੇਸ਼ 'ਚੋਂ ਕੇਵਲ ਪੰਜਾਬ ਹੀ ਐਸਾ ਸਟੇਟ ਸੀ ਜਿੱਥੇ ਆਮ ਆਦਮੀ ਪਾਰਟੀ ਦਾ ਵੈਲਕਮ ਹੋਇਆ। 13 ਸੀਟਾਂ 'ਚੋਂ 4 ਸੀਟਾਂ ਜਿਹੜੀਆਂ ਸੀ ਉਹ ਆਮ ਆਦਮੀ ਪਾਰਟੀ ਜਿੱਤੀ ਔਰ 4 ਸੀਟਾਂ 'ਤੇ ਨੰਬਰ 2 'ਤੇ ਰਹੇ। ਕਹਿਣ ਦਾ ਭਾਵ ਇਹ ਹੈ ਕਿ ਇੱਕ ਪੰਜਾਬੀ ਜਿਹੜੇ ਆ ਉਹ ਜਿਹੜੀਆਂ ਵਿਰਾਸਤੀ ਪੁਰਾਣੀਆਂ ਚੱਲੀਆਂ ਆ ਰਹੀਆਂ ਪਾਰਟੀਆਂ ਉਹਨਾਂ ਦੇ ਕੰਮ ਕਰਨ ਤੋਂ ਕਿਤੇ ਨਾ ਕਿਤੇ ਪਰੇਸ਼ਾਨ ਨੇ ਔਰ ਨਵਾਂ ਆਈਡੀਆ, ਨਵੇਂ ਚਿਹਰੇ, ਨਵੇਂ ਵਿਚਾਰ ਨੂੰ ਜਿਹੜੀ ਆ ਤਰਜੀਹ ਦਿੰਦੇ ਨੇ। ਦੇਖੋ ਗੱਲ ਅੱਛਾ ਇੱਕ ਚੀਜ਼ ਦੱਸੋ, ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਸੋਚਾ ਹੈ ਹਾਂ ਕਿ ਸਾਡੇ ਪੰਜਾਬੀਆਂ ਬਾਰੇ ਆਮ ਤੌਰ ਤੇ ਜਿਹੜੇ ਬਾਹਰ ਦੇ ਲੋਕ ਜਿਹੜੇ ਖਾਸ ਤੌਰ ਤੇ ਸਾਊਥ ਦੇ ਲੋਕ ਹੈ, ਠੀਕ ਹੈ ਨਾ, ਜਾਂ ਈਸਟਰਨ ਲੋਕ ਹੈ, ਉਹ ਇਹ ਕਮੈਂਟ ਕਰਦੇ ਆ ਕਿ ਇਹ ਬੁੱਧੀ ਤੋਂ ਘੱਟ ਲੋਕ ਜਿਹੜੇ ਆ ਉਹ ਪੰਜਾਬੀ ਹੈ ਜੀ, ਠੀਕ ਹੈ ਨਾ। ਜਦ ਕਿ ਹਕੀਕਤ ਇਹ ਹੈ ਕਿ ਪੰਜਾਬ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ। 60% ਪੰਜਾਬ ਜਿਹੜਾ ਹੈ ਜੀ ਉਹ ਬੰਬੇ 'ਚ ਜਾ ਕੇ ਫਿਲਮ ਇੰਡਸਟਰੀ ਦੇ ਕਾਬਿਲ ਹੈ, ਠੀਕ ਹੈ ਜੀ। ਔਰ ਇਸ ਦੇ ਨਾਲ ਵਿਦੇਸ਼ ਜਾ ਕੇ ਪੰਜਾਬੀ ਜਿੰਨਾ ਸਫਲ ਹੈ ਉਹਨਾਂ ਕੋਈ ਹੋਰ ਸਫਲ ਨਹੀਂ ਹੈ। ਔਰ ਨਵਾਂ ਵਿਚਾਰ ਵੀ ਪੰਜਾਬ 'ਚ ਉੱਠਦਾ ਹੈ। ਤੁਸੀਂ ਦੇਖੋ ਐਮਰਜੈਂਸੀ ਲੱਗੀ ਸੀ ਤੇ ਐਮਰਜੈਂਸੀ ਦੇ ਖਿਲਾਫ ਪੂਰੇ ਦੇਸ਼ ਵਿੱਚ ਕਿਤੇ ਵਿਰੋਧ ਦੇ ਸਵਰ ਨਹੀਂ ਸੀ। ਜਨਤਾ ਔਰ ਪੋਲੀਟੀਕਲ ਲੀਡਰਸ਼ਿਪ ਖਾਮੋਸ਼ ਔਰ ਡਰੀ ਹੋਈ ਸੀ ਜੀ। ਪੰਜਾਬ ਤੋਂ ਲਹਿਰ ਉੱਠੀ ਔਰ ਪੂਰੇ ਦੇਸ਼ ਫੈਲੀ। ਕਿਸਾਨ ਅੰਦੋਲਨ ਨੂੰ ਲੈ ਲਓ, ਕਿਸਾਨ ਅੰਦੋਲਨ ਪੰਜਾਬ ਤੋਂ ਵਿਚਾਰ ਉੱਠਿਆ ਔਰ ਉਹ ਪੂਰੇ ਦੇਸ਼ 'ਚ ਗੂੰਜਿਆ। ਉਹਦਾ ਚਾਹੇ ਇੰਪੈਕਟ ਆਉਣ ਵਾਲੇ ਦਿਨਾਂ ਜੋ ਵੀ ਹੋਵੇ, ਲੇਕਿਨ ਇੱਕ ਨਵੇਂ ਵਿਚਾਰ ਦੀ ਜਿਹੜੀ ਭੂਮੀ ਹੈ ਉਹ ਪੰਜਾਬ ਜ਼ਰੂਰ ਹੈ ਔਰ ਨਵੇਂ ਵਿਚਾਰ ਦਾ ਔਰ ਨਵੇਂ ਆਈਡੀਆ ਦਾ ਪੰਜਾਬ ਵਿੱਚ ਹਮੇਸ਼ਾ ਸਾਹਮਣੇ ਹੈ। ਬਿਲਕੁਲ ਜੀ। ਅੱਛਾ, ਤੁਸੀਂ ਪਿਛਲੇ ਦਿਨ ਇੱਕ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਪਾਈ ਸੀ ਜਿਹਦੇ ਵਿੱਚ ਗੱਲ ਕਹੀ ਸੀ ਜਿਵੇਂ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਫਲਸਫਾ ਗੱਲ ਕੀਤੀ ਹੈ, ਕਿਸੇ ਤਰ੍ਹਾਂ ਦੇ ਕਹਿੰਦੇ ਉਹਨਾਂ ਨਾਲ ਕਹਾਣੀ ਜੁੜਦੀ ਹੈ ਕਿ ਗਏ ਤਾਂ ਨਗਰ ਵਾਸੀਆਂ ਨੇ ਉਹਨਾਂ ਨੂੰ ਜਿਹੜਾ ਵਧੀਆ ਵਰਤਾਅ ਕੀਤਾ ਅਤੇ ਉੱਥੇ ਉਹਨਾਂ ਨੇ ਕਹਿ ਤਾ ਵੀ ਤੁਸੀਂ ਉੱਜੜ ਜਾਓ। ਔਰ ਤੁਸੀਂ ਵੀ ਇਸ ਤਰ੍ਹਾਂ ਦਾ ਕੁਝ ਕਮੈਂਟ ਕੀਤਾ ਸੀਗਾ। ਤੁਹਾਨੂੰ ਕੀ ਲੱਗਦਾ ਕਿ ਜੇ ਹੁਣ ਉਹ ਜਿਹੜਾ IPS ਅਫਸਰ ਵਜੋਂ ਜਿਹੜਾ ਉਹਨਾਂ ਦਾ ਕਾਰਜਕਾਲ ਦਾ ਜਿਹੜਾ ਘਰ ਹੈ ਜਿੱਥੇ ਉਹਨਾਂ ਨੇ ਕੰਮ ਕੀਤਾ, ਜਿਹੜਾ ਉਹ ਨਗਰ ਵਸਿਆ ਸੀ, ਅਗਰ ਉਹ ਉੱਜੜਦਾ ਆ, ਭਾਵ ਕਿ ਜੇ ਉਹ ਅਸਤੀਫੇ 'ਤੇ ਕਾਇਮ ਰਹਿੰਦੇ ਨੇ, ਅਤੇ ਤੁਹਾਨੂੰ ਕੀ ਲੱਗਦਾ ਜਿਹੜਾ ਉਹਨਾਂ ਦਾ ਅਗਲਾ ਘਰ ਆ, ਅਗਲਾ ਘਰ ਜਿਹੜਾ ਉਹ ਸਿਆਸਤ ਦਾ ਜਿੱਥੇ ਕੋਈ ਖੁਸ਼ਬੂ ਫੈਲਾਉਣ ਵਾਸਤੇ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਮੰਚ ਆ, ਮੰਚ ਖਾਸ ਤੌਰ 'ਤੇ ਹੁਣ ਦੋ ਜਿਹੜੇ ਆ ਉਹ ਸਾਹਮਣੇ ਆਉਂਦੇ ਆ, ਕਾਂਗਰਸ ਅਤੇ ਅਕਾਲੀ ਦਲ, ਜਿਵੇਂ ਅਸੀਂ ਪਹਿਲਾਂ ਗੱਲ ਕਹਿ ਚੁੱਕੇ ਹਾਂ, ਉਹ ਤਾਂ ਇਸ ਗੇਮ ਤੋਂ ਬਾਹਰ ਹੋ ਗਏ ਕਿਉਂਕਿ ਦੋਨਾਂ ਦਾ ਆਪਸ ਵਿੱਚ ਝਗੜਾ ਝਮੇਲਾ ਜਿੱਦੀ ਉਹਨਾਂ ਨੇ ਇਨਕੁਆਇਰੀ ਕੀਤੀ ਹੋਈ ਹੈ।
तो हुण गल रह गई आम आदमी पार्टी की ਜਾਂ गल रह गई भारतीय जनता पार्टी की। इस तो इलावा कोई होर ਜਾਂ नवीं सियासी धिर तुहानूं की लगदा इन्हां दोनों पार्टियों चों किसी नूं चोण करने की कोशिश करनगे ਜਾਂ कोई नवीं पार्टी के गठन वाल भी कुछ गल जा सकदी? ਤੁਹਾਡਾ ਸਵਾਲ ਜਿਹੜਾ ਹੈ ਤੁਸੀਂ ਕੁੱਦ ਕੇ ਪਹਿਲਾਂ ਇੱਕ ਨਤੀਜੇ ਤੇ ਪਹੁੰਚ ਗਏ ਹੋ ਔਰ ਤੁਸੀਂ ਸਿਰਫ ਇਹ ਦਰਿਆਫਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇਹ ਕਿਹੜੀ ਪੋਲੀਟੀਕਲ ਪਾਰਟੀ ਜੁਆਇਨ ਕਰਨਗੇ। ਸਭ ਤੋਂ ਪਹਿਲਾਂ ਤਾਂ ਇਹ ਇੱਥੇ ਪ੍ਰਸ਼ਨ ਹੈ ਕਿ ਉਹ ਕੀ ਰਾਜਨੀਤੀ 'ਚ ਜਾਣਾ ਵੀ ਚਾਹਣਗੇ ਜਾਂ ਨਹੀਂ ਜਾਣਾ ਚਾਹਣਗੇ। ਇਹ ਵੀ ਚਰਚਾ ਦਾ ਵਿਸ਼ੇ ਹੈ ਔਰ ਇੱਥੇ ਵੀ ਗੱਲਬਾਤ ਹੋਣੀ ਚਾਹੀਦੀ ਹੈ। ਦੇਖੋ ਸ਼ਰਮਾ ਜੀ ਤੁਸੀਂ ਹੁਣੇ ਥੋੜ੍ਹੀ ਦੇਰ ਪਹਿਲੇ ਗੱਲ ਕਹੀ ਕਿ ਜਿਹੜੀ ਇੱਕ ਪਿੱਚ ਜਿੱਤੇ ਖੇਡ ਰਹੇ ਆ, ਹਾਂ ਜੇ ਇੱਕ ਘਟਨਾ ਚੱਕਰ ਉਹਨਾਂ ਨਾਲ ਵਾਪਰਦਾ ਤੇ ਦੂਜਾ ਜਿਹੜਾ ਉੱਥੇ MP ਰਹਿ ਕੇ ਆਏ ਆ ਔਰ ਸਿੱਧੂ ਸਾਹਿਬ ਨੇ ਜਿਹੜੇ ਉਹਨਾਂ ਦੇ ਕਾਰਜ ਪ੍ਰਣਾਲੀ ਨਾਲ ਰਲਦੀ ਮਿਲਦੀ ਕਾਰਜ ਪ੍ਰਣਾਲੀ ਨੂੰ ਜਾਣੇ ਜਾਂਦੇ ਆ, ਤਾਂ ਅਗਰ ਉਹ ਸਾਂਝੇ ਤੌਰ ਤੇ ਕੋਈ ਆਉਂਦੇ ਉਸ ਤੋਂ ਬਾਅਦ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸਿੱਧੂ ਸਾਹਿਬ ਅਗਰ ਕੁਝ ਗੱਲਾਂ ਕਰਦੇ ਨੇ ਤਾਂ ਸਿਆਸਤ ਵੱਲ ਨੂੰ ਜਾਣ ਦਾ ਤਾਂ ਇਸ਼ਾਰਾ ਜਿਹੜਾ ਉਹ ਹੈ। ਲੇਕਿਨ ਗੱਲ ਇਹ ਹੈ ਵੀ ਅਗਰ ਮੈਂ ਤਾਂ ਇੱਕ ਸੰਭਾਵਨਾ ਪੁੱਛੀ ਹੈ ਕਿ ਅਗਰ ਜਾਂਦੇ ਆ, ਦੇਖੋ ਜੀ ਤੁਹਾਨੂੰ ਪੰਜਾਬ ਦੇ ਜਿਹੜੇ ਸਿਆਸੀ ਸਮੀਕਰਨ ਆ ਉਹ ਕਿਸ ਤਰ੍ਹਾਂ ਨਜ਼ਰ ਆਉਂਦੇ ਆ? ਜੇ ਮੰਨ ਲਓ ਕੁੰਵਰ ਵਿਜੇ ਪ੍ਰਤਾਪ ਨੇ ਇਹ ਸੋਚਣਾ ਹੋਵੇ ਵਿਚਾਰਨਾ ਹੋਵੇ ਤੁਹਾਡੇ ਨਜ਼ਰੀਏ ਨਾਲ ਤੁਹਾਡੇ ਤਜਰਬੇ ਦੇ ਹਿਸਾਬ ਨਾਲ ਵੀ ਉਹਨਾਂ ਦਾ ਦੇਖਣਾ ਹੋਵੇ, ਤੁਹਾਡੇ ਕੋਲ ਪੁੱਛਣਾ ਹੋਵੇ ਦੱਸੋ ਸ਼ਰਮਾ ਜੀ ਮੈਂ ਕੀ ਕਰਾਂ ਜੇ ਮੈਂ ਜਾਣਾ ਚਾਹੁੰਦਾ ਸਿਆਸਤ ਵਿੱਚ, ਮੈਂ ਕਿਹੜੀ ਧਿਰ ਨੂੰ ਜਿਹੜਾ ਉਹ ਚੁਣਾ, ਤੇ ਤੁਸੀਂ ਕੀ ਸਮਝੋਗੇ ਵੀ ਉਹਨਾਂ ਲਈ ਮੁਆਫਕ ਜਿਹੜੀ ਆ ਉਹ ਕਿਹੜੀ ਧਿਰ ਜਿਹੜੀ ਆ ਬੈਠਦੀ ਲੱਗਦੀ ਹੈ? ਤੁਸੀਂ ਫਿਰ ਉਸੇ ਸਵਾਲ 'ਤੇ ਆ ਗਏ। ਚਲੋ ਖੈਰ ਇਹ ਜ਼ਰੂਰੀ ਨਹੀਂ ਹੁੰਦਾ ਵੈਸੇ ਸੰਧੂ ਸਾਹਿਬ ਕਿ ਅਗਰ ਦੋ ਬੰਦੇ ਰਲ ਕੇ ਖੇਡਦੇ ਪਏ ਆ ਤੇ ਉਹ ਉਹਨਾਂ ਦੋਨਾਂ ਦਾ ਮਕਸਦ ਇੱਕ ਹੋਏਗਾ। ਕਈ ਵਾਰੀ ਇੱਕ ਮਕਸਦ ਨੂੰ ਲੈ ਕੇ ਚੱਲਦਾ ਔਰ ਦੂਜਾ ਸਪੋਰਟਿੰਗ ਕਰੈਕਟਰ ਵੀ ਹੋ ਜਾਂਦਾ ਨਾਲ, ਸਪੋਰਟ ਵੀ ਕਰ ਸਕਦਾ ਹੈ। ਜ਼ਰੂਰੀ ਨਹੀਂ ਕਿ ਉਹ ਖੁਦ ਉਸ ਜਗ੍ਹਾ 'ਤੇ ਜਾ ਕੇ ਖੇਲੇਗਾ। ਰਹੀ ਗੱਲ ਸਿੱਧੂ ਦੀ, ਨਵਜੋਤ ਸਿੰਘ ਸਿੱਧੂ ਬਾਰੇ ਇੱਕ ਗੱਲ ਤਾਂ ਪੱਕੀ ਤਰ੍ਹਾਂ ਸਪਸ਼ਟ ਹੈ, ਲਿਖ ਲਓ, ਦੀਵਾਰ 'ਤੇ ਲਿਖੀ ਬਿੰਦਰ ਨਜ਼ਰ ਆਉਂਦੀ ਪਈ ਹੈ ਕਿ ਕਾਂਗਰਸ ਦੇ ਵਿੱਚ ਤਾਂ ਉਹਨਾਂ ਦੇ ਦਿਨ ਹੁਣ ਨਹੀਂ ਰਹਿ ਗਏ। ਅੱਛਾ, ਜੋ ਪ੍ਰੈਸ ਕਾਨਫਰੰਸ ਉਹਨਾਂ ਨੇ ਪਰਸੋਂ ਕੀਤੀ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਬਾਈਬਲ ਕਲਾਕਾਰ ਨੂੰ ਐਲੈਬੋਰੇਟ ਕਰਕੇ ਇੱਕ ਪਰਤ ਖੋਲ ਕੇ ਦੱਸੀ ਹੈ ਕਿ ਅਗਰ ਇਸ ਸਾਰੇ ਮਾਮਲੇ 'ਚ ਅਕਾਲੀ ਦਲ ਦੋਸ਼ੀ ਹੈ ਤਾਂ ਉਸ ਮਾਮਲੇ ਨੂੰ ਲਟਕਾਉਣ ਲਈ, ਉਸ ਮਾਮਲੇ ਨੂੰ ਨਜ਼ਰਅੰਦਾਜ਼ ਕਰਨ ਲਈ ਜਾਂ ਉਸ ਮਾਮਲੇ ਨੂੰ ਅੱਖੋਂ ਪਰੋਖਾ ਕਰਨ ਲਈ ਕੈਪਟਨ ਸਾਹਿਬ ਵੀ ਉਨੇ ਹੀ ਜ਼ਿੰਮੇਵਾਰ ਠਹਿਰਾਏ ਹੈ ਸਿੱਧੂ ਸਾਹਿਬ। ਔਰ ਦੂਸਰੀ ਗੱਲ ਜਿਹੜੀ ਨਸ਼ਿਆਂ ਨੂੰ ਲੈ ਕੇ ਰਿਪੋਰਟ ਹੈ ਜੀ, ਉਸ ਮਾਮਲੇ ਦੇ ਵਿੱਚ ਸਿੱਧੂ ਨੇ ਬਹੁਤ ਸਾਫ਼ ਕਿਹਾ ਹੈ ਕਿ ਨਸ਼ਿਆਂ ਦੇ ਮਾਮਲੇ 'ਚ ਰਿਪੋਰਟ ਆਈ ਹੈ, ਹਾਈ ਕੋਰਟ ਕੋਲ ਗਈ, ਸਰਕਾਰ ਕੋਲ ਭੇਜੀ ਗਈ, ਲੇਕਿਨ ਅੱਜ ਤੱਕ ਅਗਰ ਕੋਈ ਪੁੱਛੇ ਤਾਂ ਸਰਕਾਰ ਦਾ ਆਫੀਸ਼ੀਅਲੀ ਜਵਾਬ ਹੈ ਕਿ ਹਾਲੇ ਰਿਪੋਰਟ ਅਸੀਂ ਪੜ੍ਹੀ ਨਹੀਂ। ਇਹ ਬੜੀ ਵੱਡੀ ਚੋਟ ਹੈ, ਇਹ ਬਹੁਤ ਵੱਡਾ ਚੈਲੰਜ ਹੈ ਔਰ ਇਸ ਚੈਲੰਜ ਦਾ ਜਵਾਬ ਮੈਂ ਨਹੀਂ ਸਮਝਦਾ ਕਿ ਚੀਫ ਮਿਨਿਸਟਰ ਦੇ ਕੋਲ ਕੋਈ ਜਵਾਬ ਇਹਦਾ ਹੋਏਗਾ ਕਿ ਐਡੀ ਵੱਡੀ ਜਿਹੜੀ ਤੁਸੀਂ ਜਿਨ੍ਹਾਂ ਵਾਅਦਿਆਂ ਨੂੰ ਕਰਕੇ ਪੰਜਾਬ ਦੇ ਲੋਕਾਂ ਨੂੰ ਤਰਦਿਆਂ ਨੂੰ ਦੇਖ ਕੇ ਤੁਸੀਂ ਵਾਅਦੇ ਕੀਤੇ, ਤੁਸੀਂ ਅੱਜ ਗੁਟਕਾ ਸਾਹਿਬ ਪੜ੍ਹ ਕੇ ਵਾਅਦੇ ਕੀਤੇ ਕਿ ਜੀ ਅਸੀਂ ਇਹ ਲਾਹਨਤ ਨੂੰ ਦੂਰ ਕਰਾਂਗੇ, ਉਹਦੀ ਜਿਹੜੀ ਆਫੀਸ਼ੀਅਲ ਰਿਪੋਰਟ, ਉਹਦੀ ਜਾਂਚ ਰਿਪੋਰਟ ਆਈ ਹੈ, ਜੇ ਤੁਹਾਨੂੰ ਪੜ੍ਹਨ ਵਾਸਤੇ ਵੀ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਫਿਰ ਤੁਸੀਂ ਝੂਠ ਬੋਲਦੇ ਸੀ, ਫਿਰ ਤੁਸੀਂ ਗੁਰੂਆਂ ਦੀਆਂ ਸਮਾਂ ਝੂਠੀਆਂ ਕਰਦੀਆਂ ਸੀ। ਤੇ ਹੁਣ ਇੰਨੇ ਕੁ ਜਾਂਦੇ ਗੱਲ ਸਾਨੂੰ ਇੱਕ ਛੋਟੀ ਜਿਹੀ ਗੱਲ ਦੱਸ ਦਿਓ ਕਿ ਇਹ ਜਿਹੜੀਆਂ ਦੋਨੇ ਘਟਨਾਵਾਂ ਕੁੰਵਰ ਵਿਜੇ ਪ੍ਰਤਾਪ ਔਰ ਨਵਜੋਤ ਸਿੰਘ ਸਿੱਧੂ ਨੇ ਜੋ ਵੀ ਕੁਝ ਆ ਕੇ ਸਾਹਮਣੇ ਕਿਹਾ, ਉਹਨਾਂ ਦੀ ਇੰਟਰਵਿਊਜ਼ ਵੀ ਆਈ ਹੈ, ਉਹਨਾਂ ਦੀ ਜਿਹੜੀ ਆ ਪ੍ਰੈਸ ਕਾਨਫਰੰਸ ਵੀ ਆਈ ਦੋਨਾਂ ਦੀ, ਇਹਨਾਂ ਦੋਨਾਂ ਦੇ ਮੱਦੇਨਜ਼ਰ ਪੰਜਾਬ ਦੇ ਜਿਹੜੀ ਮਾਨਸਿਕਤਾ ਆ, ਸੋਚ ਆ ਲੋਕਾਂ ਦੀ, ਉਹਨੂੰ ਤੁਸੀਂ ਕਿਵੇਂ ਦੇਖਦੇ? ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਚੈਨਲ ਦੇ ਵਿੱਚ ਇੰਟਰਵਿਊ ਆਈ ਹੈ, ਲਗਭਗ 40-45 ਮਿੰਟ ਦੀ ਲੰਬੀ ਇੰਟਰਵਿਊ ਹੈ ਜੀ, ਜਿਹਦੇ ਵਿੱਚ ਉਹਨਾਂ ਨੇ ਸਿਰਫ ਔਰ ਸਿਰਫ ਆਪਣੀ ਜਾਂਚ ਨੂੰ ਫੋਕਸ ਕਰਕੇ ਸਾਰੇ, ਪੂਰੀ ਗੱਲ ਤਾਂ ਨਹੀਂ ਖੋਲ ਕੇ ਦੱਸੀ, ਨਾ ਹੀ ਕਿਸੇ ਦਾ ਨਾਮ ਲਿਆ ਜੀ, ਲੇਕਿਨ ਉਹਨਾਂ ਨੇ ਇਹ ਜ਼ਰੂਰ ਦੱਸਿਆ ਹੈ ਕਿ ਉਹਨਾਂ ਨੂੰ ਔਕੜਾਂ ਵੀ ਆਈਆਂ, ਉਹਨਾਂ ਨੂੰ ਪਰੇਸ਼ਾਨੀਆਂ ਵੀ ਆਈਆਂ, ਕੋਆਪਰੇਸ਼ਨ ਵੀ ਨਹੀਂ ਮਿਲਿਆ ਔਰ ਅਗਰ ਇਸ ਮਾਮਲੇ ਦੀ ਜਾਂਚ ਦਾ ਸਿਰਾ ਹਰਿਆਣੇ ਵੱਲ ਨੂੰ ਜਾਂਦਾ ਸੀ, ਸੱਚੇ ਸੌਦੇ ਵਾਲੇ ਪਾਸੇ, ਤਾਂ ਹਰਿਆਣਾ ਸਰਕਾਰ ਕੋਲੋਂ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਜਾਂਚ ਕਰਨ ਦੀ, ਠੀਕ ਹੈ ਨਾ। ਔਰ ਲੇਕਿਨ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ 'ਚ ਬਹੁਤ ਜ਼ਿਆਦਾ ਇੱਕ ਸੈਂਸਿਟਿਵ ਗੱਲ ਉਹ ਕਹਿ ਗਏ ਇਸ ਇੰਟਰਵਿਊ ਦੇ ਵਿੱਚ ਜੀ। ਉਹਨਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਸ਼ਮ ਪਿਤਾ ਜਿਹੜੇ ਸੀ, ਉਹਨਾਂ ਨੇ ਜਦੋਂ ਸਰਵਸਵਾਨ ਵਾਰਿਆ, ਬੱਚੇ ਵੀ ਆਪਣੇ ਦੇ ਦਿੱਤੇ, ਮਾਤਾ ਦਾ ਵੀ, ਪਿਤਾ ਦੀ ਕੁਰਬਾਨੀ ਪਹਿਲਾਂ ਦਿੱਤੀ, ਤੇ ਉਹਨਾਂ ਨੂੰ ਸਰਬੰਸਦਾਨੀ ਤਾਂ ਹੀ ਕਿਹਾ ਗਿਆ ਸੀ। ਔਰ ਉਹਨਾਂ ਸਰਬੰਸਦਾਨੀ ਨੇ ਆਪਣੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਜੋ ਇੱਕ ਮੈਸੇਜ ਦਿੱਤਾ ਸੀ ਜੀ, ਉਸ ਮੈਸੇਜ ਦੇ ਚੱਲਦੇ ਗੁਰੂ ਗ੍ਰੰਥ ਯਾਨੀ ਉਹ ਜੋ ਗ੍ਰੰਥ ਹੈ ਗੁਰੂ ਦੇ ਨਾਮ ਦੇ, ਉਹਦਾ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ ਜੀ ਜੀ, ਕਿਉਂਕਿ ਉਹਦੇ ਵਿੱਚ
ਇੱਕ ਗੁਰੂ ਦੀ ਸ਼ਕਤੀ ਵੀ ਨਾਲ ਜੀ ਜੀ ਬਿਲਕੁਲ ਐਡ ਹੋ ਗਈ। ਉਹ ਕਹਿੰਦਾ ਕਿੰਨੀ ਅਜੀਬ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਧਰਤੀ ਤੇ ਸੰਘਰਸ਼ ਕੀਤਾ, ਊਚ ਨੀਚ ਜਾਤ ਪਾਤ ਚੰਗੇ ਮਾੜੇ ਦਾ ਭੇਦਭਾਵ ਜਿਹੜਾ ਸੀ ਮਿਟਾਉਣ ਦੀ ਕੋਸ਼ਿਸ਼ ਕੀਤੀ ਜੀ, ਇੱਕ ਐਸੀ ਫੋਰਸ ਖੜੀ ਕੀਤੀ ਜਿਹੜੀ ਬੁਰਾਈਆਂ ਦੇ ਖਿਲਾਫ ਲੜ ਸਕੇ, ਜਿਹਨੂੰ ਸਿੱਖ ਕਿਹਾ ਜਾਂਦਾ ਹੈ। ਉਸ ਧਰਤੀ ਦੇ ਉੱਪਰ ਉਹਨਾਂ ਗੁਰੂਆਂ ਦੀ ਇੱਛਾ ਦੇ ਨਾਲ ਗੁਰੂ ਦਾ ਦਰਜਾ ਪ੍ਰਾਪਤ ਜਿਹੜੀ ਪਵਿੱਤਰ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ ਹੈ, ਉਹਦੀ ਵੀ ਕੋਈ ਬੇਅਦਬੀ ਕਰ ਦੇਗਾ, ਪੰਨਾ ਪੰਨਾ ਪਾੜ ਕੇ ਇੱਦਾਂ ਇਸ ਤਰੀਕੇ ਨਾਲ ਖਿਲਾਰੇਗਾ, ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਉੱਠਦਾ ਹੈ ਔਰ ਬਹੁਤ ਸੋਚਣ ਦੀ ਗੱਲ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਜਦੋਂ ਵੀ ਜਾਂਚ ਕਰ ਰਹੇ ਸੀ ਔਰ ਉਸ ਦੌਰਾਨ ਜਦੋਂ ਵੀ ਵਿਚਲਿਤ ਕਰਨ ਵਾਲੇ ਹਾਲਾਤ ਆਏ ਜਾਂ ਜਦੋਂ ਵੀ ਕੋਈ ਐਸੀ ਸਮੱਸਿਆ ਆਈ ਜਿਸ ਮੈਨੂੰ ਲੱਗਾ ਕਿ ਮੈਨੂੰ ਪੂਰੀ ਤਰ੍ਹਾਂ ਸਹਿਯੋਗ ਜਿੱਦਾਂ ਦਾ ਮਿਲਣਾ ਚਾਹੀਦਾ ਉਹਦਾ ਤਾਂ ਨਹੀਂ ਮਿਲ ਰਿਹਾ ਔਰ ਮੈਂ ਕੋਸ਼ਿਸ਼ ਕਰਦਾ ਰਿਹਾ ਸੰਯਮ ਨਾਲ, ਉਸ ਵੇਲੇ ਮੈਨੂੰ ਇਹ ਲੱਗਾ ਕਿ ਮੇਰੇ ਨਾਲ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਹੈ ਉਹ ਸਾਕਸ਼ਾਤ ਖੜੇ ਹੋ ਕੇ ਮੇਰੀ ਮਦਦ ਕਰ ਰਹੇ ਹੈ। ਔਰ ਕਹਿੰਦੇ ਅੱਜ ਉਹਨਾਂ ਦੀ ਹੀ ਕਿਰਪਾ ਹੈ ਕਿ ਜੋ ਕੁਝ ਅੱਜ ਹੋ ਪਾਇਆ ਉਹ ਉਸੇ ਹੀ ਕਿਰਪਾ ਦੇ ਸਦਕੇ ਅੱਜ ਦੁਨੀਆ ਦੇ ਸਾਹਮਣੇ ਇਹ ਚੀਜ਼ ਆਈ ਹੈ। ਔਰ ਇਸ ਕੇਸ ਦਾ ਇੰਪੈਕਟ ਜਿਹੜਾ ਹੈ ਉਹ 100 ਸਾਲ ਤੱਕ ਰਹੇਗਾ। ਉਹਨਾਂ ਨੇ ਇਹ ਗੱਲ ਕਹੀ। ਅੱਛਾ ਜੀ, ਹੁਣ ਗੱਲ ਜਾਂਦੇ ਜਾਂਦੇ ਇੱਕ ਹੋਰ ਗੱਲ ਯਾਦ ਆ ਗਈ ਛੋਟੀ ਜਿਹੀ, ਜਿਵੇਂ ਕੁੰਵਰ ਵਿਜੇ ਪ੍ਰਤਾਪ ਜੀ ਇਸ ਗੱਲ 'ਚ ਆਏ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਗੁਰੂਆਂ ਦਾ ਆਸ਼ੀਰਵਾਦ ਦੱਸ ਰਹੇ ਆ, ਉਹ ਸਭ ਕੁਝ ਦੱਸ ਰਿਹਾ, ਇੱਕ ਸੱਚੇ ਸੁੱਚੇ ਜਿਹੜੇ ਆ ਫਾਈਟਰ ਵਜੋਂ ਜਿਹੜੇ ਆ ਉਹ ਪੰਜਾਬੀਆਂ ਦੇ ਵਿੱਚ ਆਪਣੀ ਜਿਹੜਾ ਇੱਕ ਮੁਕਾਮ ਬਣਾ ਰਹੇ ਆ। ਤੁਹਾਨੂੰ ਕੀ ਲੱਗਦਾ ਕਿ ਇਹਨਾਂ ਤੋਂ ਰੋਸ਼ਨੀ ਲੈ ਕੇ ਕੁਝ ਹੋਰ ਵੀ ਅਫਸਰ ਹੋਣਗੇ ਇਮਾਨਦਾਰ ਜਿਨ੍ਹਾਂ ਨੇ ਆਪਣੇ ਸਮੇਂ ਤੇ ਇਮਾਨਦਾਰੀ ਨਾਲ ਕਦੇ ਕੰਮ ਕੀਤਾ ਹੋਏਗਾ, ਜਾਂ ਉਹਨਾਂ ਦੀਆਂ ਰਿਪੋਰਟਾਂ ਵੀ ਇਸ ਤਰ੍ਹਾਂ ਖੱਜਲ ਖੁਆਰ ਹੋਈਆਂ ਹੋਣਗੀਆਂ ਜਿਹੜੇ ਚਰਚਾ ਵਿੱਚ ਬੇਸ਼ੱਕ ਨਹੀਂ ਆਏ? ਤੁਹਾਨੂੰ ਕੀ ਲੱਗਦਾ ਕੁਝ ਹੋਰ ਅਫਸਰ ਵੀ ਸਾਹਮਣੇ ਆ ਸਕਦੇ ਨੇ, ਜਾਂ ਹੋਰ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਸਕਦੀਆਂ ਨੇ, ਜਾਂ ਹੋਰ ਲੰਬੀ ਚੌੜੀ ਵਿਚਾਰ ਚਰਚਾ ਕੁਝ ਹੋ ਸਕਦੀ ਨੇ? ਦੇਖੋ ਸੰਧੂ ਸਾਹਿਬ, ਇਹ ਸਾਰੀ ਗੱਲ ਦੇ ਨਾਲ ਇੱਕ ਮੈਂ ਗੱਲ ਕਰਨਾ ਵੀ ਕਹਾਂਗਾ ਜੀ, ਉਹ ਇਹ ਹੈ ਕਿ ਕੁੰਵਰ ਵਿਜੇ ਪ੍ਰਤਾਪ 1998 ਬੈਚ ਦੇ IPS ਅਫਸਰ ਹੈ ਜੀ, ਯਾਨੀ ਕਿ 2021 ਦੇ ਵਿੱਚ ਅਸੀਂ ਸਮਝ ਰਹੇ ਹਾਂ ਕਿ 23 ਸਾਲ ਦਾ ਉਹਨਾਂ ਦਾ IPS ਦਾ ਕੈਰੀਅਰ ਜੀ। 23 ਸਾਲ 'ਚ ਉਹਨਾਂ 'ਤੇ ਰਿਸ਼ਵਤ ਲੈਣ ਦਾ, ਬੇਈਮਾਨੀ ਕਰਨ ਦਾ, ਕਿਸੇ ਕਿਸਮ ਦੀ ਕਿਸੇ ਨਾਲ ਕੋਈ ਦੁਰਦਸ਼ਾ ਕਰਕੇ ਆਪਣਾ ਕੋਈ ਹਿੱਤ ਸਾਧਨ ਦਾ, ਕਿਸੇ ਦਾ ਪੱਖਪਾਤੀ ਹੋਣ ਦਾ ਕਦੀ ਕੋਈ ਇਲਜ਼ਾਮ ਨਹੀਂ ਜੀ। ਔਰ ਬਹੁਤ ਸਬਰ ਔਰ ਸੰਤੋਖ ਨਾਲ ਉਹ ਸੱਚੇ IPS ਦੀ ਭੂਮਿਕਾ ਨਿਭਾਉਂਦੇ ਅੱਜ ਇੱਥੇ ਇਸ ਸਟੇਜ 'ਤੇ ਪਹੁੰਚੇ ਹੈ। ਤੇ ਕੋਈ ਕਿਰਪਾ ਹੈ ਉਹਨਾਂ ਦੇ ਕੋਲ, ਉਹਨਾਂ ਦੇ ਨਾਲ, ਜਿਹਨੇ ਇੰਨੇ ਸਮੇਂ ਤੱਕ ਇਹਨਾਂ ਨੂੰ ਸੰਯਮ 'ਚ ਬੰਨ੍ਹ ਕੇ ਰੱਖਿਆ। ਕੁਦਰਤ ਦੀ ਆਪਣੀ ਪ੍ਰਕਿਰਿਆ ਹੁੰਦੀ ਹੈ, ਉਹ ਕਿਹੜੇ ਚੀਜ਼ ਨੂੰ ਕਿਸ ਕੰਮ ਲਈ ਤਿਆਰ ਕਰਦੀ ਹੈ ਉਹ ਹੀ ਜਾਣਦੀ ਹੈ, ਉਹ ਦੂਜਾ ਕੋਈ ਨਹੀਂ ਜਾਣਦਾ ਹੁੰਦਾ ਜੀ। ਔਰ ਜਿਸ ਤਰੀਕੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਉਹ ਗੁਰੂਆਂ ਦੀ ਜਨਮ ਸਥਲੀ ਤੋਂ ਆਏ ਹੈ ਔਰ ਗੁਰੂਆਂ ਦੇ ਨਾਲ ਉਹਨਾਂ ਦਾ ਕੋਈ ਇੱਦਾਂ ਦਾ ਅਟਰੈਕਸ਼ਨ ਔਰ ਇੱਦਾਂ ਦਾ ਰਿਲੇਸ਼ਨ ਹੈ ਜਾਂ ਇਸ ਕਿਸਮ ਦੀ ਫੀਲਿੰਗ ਉਹਨਾਂ ਦੀ, ਮੈਂ ਸਮਝਦਾ ਕਿ ਪੰਜਾਬ ਵਿੱਚ ਆਉਣ ਵਾਲਾ ਸਮਾਂ ਸ਼ਾਇਦ ਇੱਥੋਂ ਨਾਲੋਂ, ਇਸ ਮੌਕੇ ਨਾਲੋਂ ਜਾਂ ਬੀਤੇ ਦੌਰ ਨਾਲੋਂ ਕਾਫੀ ਬਿਹਤਰ ਹੋਏਗਾ ਜੀ। ਮਤਲਬ ਇਸ ਤਰ੍ਹਾਂ ਦਾ ਹੋਰ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੂੰ ਪ੍ਰੇਰਨਾ ਮਿਲੇਗੀ ਕੁੰਵਰ ਵਿਜੇ ਪ੍ਰਤਾਪ ਤੋਂ। ਅਗਰ ਇੱਕ ਭ੍ਰਿਸ਼ਟ ਪੋਲੀਟੀਸ਼ੀਅਨ ਜਦੋਂ ਕੋਈ ਵੱਡੀ ਮੰਤਰੀ ਦਾ ਅਹੁਦਾ ਲੈਂਦਾ ਹੈ ਤੇ ਲੋਕਾਂ ਨੂੰ ਇਹ ਮੈਸੇਜ ਮਿਲਦਾ ਹੈ ਕਿ ਚੋਰੀ ਕਰੋ, ਡਾਕੇ ਮਾਰੋ, ਗੁਆਂਢੀਆਂ ਨੂੰ ਲੁੱਟੋ, ਆਪਣਾ ਘਰ ਭਰੋ ਔਰ ਇਹਦੇ ਵਰਗਾ ਵੱਡਾ ਬਣੋ। ਜੇ ਕੋਈ ਸਾਫ ਸੁਥਰਾ, ਇਮਾਨਦਾਰ ਔਰ ਅੱਛੇ ਰਸੂਖ ਵਾਲਾ, ਅੱਛੀ ਸੋਚ ਵਾਲਾ, ਚੰਗੀ ਛਵੀ ਵਾਲਾ, ਚੰਗੀ ਦਿੱਖ ਵਾਲਾ, ਬਿਲਕੁਲ ਜੀ, ਉਹ ਅਗਰ ਇਸ ਪੋਜੀਸ਼ਨ 'ਚ ਆਏਗਾ ਤੇ ਉਹ ਉੱਜੜ ਕੇ ਆਏਗਾ ਤੇ ਸਭ ਦੇ ਫੁੱਲ ਜਿਹੜੇ ਆ ਆਸ਼ਾਵਾਂ ਦੇ ਉਹ ਖਿਲ ਸਕਦੇ। ਮੈਂ ਇਸ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ਰਮਾ ਜੀ, ਤੇ ਅਸੀਂ ਆਪਣੀ ਗੱਲਬਾਤ ਇੱਥੇ ਹੀ ਖਤਮ ਕਰਦੇ ਹਾਂ ਜੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਗੱਲਬਾਤ, ਸਾਡਾ ਪੁਆਇੰਟ ਆਫ ਵਿਊ ਪਸੰਦ ਆਇਆ ਹੋਵੇਗਾ, ਔਰ ਜੇ ਪਸੰਦ ਆ ਗਿਆ ਤਾਂ ਇਹਨੂੰ ਲਾਈਕ ਜ਼ਰੂਰ ਕਰੋ, ਕਮੈਂਟ ਕਰਨਾ ਤੇ ਸ਼ੇਅਰ ਕਰਨਾ ਜ਼ਰੂਰ ਜਿਹੜਾ ਉਹ ਯਾਦ ਰੱਖਣਾ ਭੁੱਲਣਾ ਨਹੀਂ, ਸਬਸਕ੍ਰਾਈਬ ਵੀ ਕਰਨਾ। ਬਿਲਕੁਲ।